प्यारे बच्चों, सत श्री अकाल। मैं जसविंदर सिंह, साइंस मास्टर, सरकारी मिडल ਸਕੂਲ ਚੱਕ ਪੱਖੀ। ਆਪਣੇ ਪੜ੍ਹਨ ਪੜ੍ਹਾਉਣ ਦੇ ਅਮਲ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ 7ਵੀਂ ਜਮਾਤ ਦਾ ਪਾਠ, ਸਾਇੰਸ ਦਾ ਪਾਠ ਪੌਦਿਆਂ ਵਿੱਚ ਪੋਸ਼ਣ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਆ। ਤਾਂ ਇਸੇ ਤਰ੍ਹਾਂ ਸਾਇੰਸ ਅਤੇ ਗਣਿਤ ਵਿਸ਼ੇ ਦੇ ਵੱਖ-ਵੱਖ ਪਾਠਾਂ, ਵੱਖ-ਵੱਖ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਹਰ ਤਰ੍ਹਾਂ ਦੀ ਲਈ ਮੇਰਾ YouTube ਚੈਨਲ ਐਜੂਕੇਸ਼ਨ ਵਰਲਡ ਉੱਤੇ ਆਓ ਤੇ ਉੱਥੋਂ ਤੁਹਾਨੂੰ ਇਹਨਾਂ ਦੋਨੋਂ ਵਿਸ਼ਿਆਂ ਦੀ ਜਾਣਕਾਰੀ ਪੰਜਾਬੀ ਅਤੇ ਇੰਗਲਿਸ਼ ਦੋਨੋਂ ਮੀਡੀਅਮ ਵਿੱਚ ਮੇਰੀ ਵੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵਧੀਆ ਢੰਗ ਨਾਲ ਤੁਹਾਡੇ ਤੱਕ ਪੁੱਜਦੀ ਕਰ ਸਕਾਂ। ਤਾਂ ਪੌਦਿਆਂ ਵਿੱਚ ਪੋਸ਼ਣ, ਜਿਵੇਂ ਕਿ ਆਪਾਂ ਪਿਛਲੀ ਕਲਾਸ ਵਿੱਚ ਪੜ੍ਹ ਕੇ ਆਏ ਆ ਕਿ ਸਾਰੀਆਂ ਸਜੀਵ ਵਸਤੂਆਂ ਨੂੰ ਭੋਜਨ ਦੀ ਲੋੜ ਪੈਂਦੀ ਹੈ। ਉਹਨਾਂ ਨੂੰ ਵਧਣ ਫੁੱਲਣ ਲਈ, ਉਹਨਾਂ ਨੂੰ ਜਿਉਂਦੇ ਰਹਿਣ ਲਈ, ਉਹਨਾਂ ਵਿੱਚ ਵਾਪਰਨ ਵਾਲੀਆਂ ਸਮੇਂ-ਸਮੇਂ 'ਤੇ ਵਾਪਰਨ ਵਾਲੀਆਂ ਹਰ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਚੱਲਦਾ ਰੱਖਣ ਲਈ ਉਹਨਾਂ ਨੂੰ ਪੋਸ਼ਣ ਦੀ ਲੋੜ ਪੈਂਦੀ ਹੈ, ਭੋਜਨ ਦੀ ਲੋੜ ਪੈਂਦੀ ਹੈ। ਤਾਂ ਪੌਦਿਆਂ ਵਿੱਚ ਵੀ ਇਸੇ ਤਰ੍ਹਾਂ ਵਾਧਾ ਹੁੰਦਾ ਹੈ, ਉਹਨਾਂ ਦਾ ਵਿਕਾਸ ਹੁੰਦਾ, ਉਹ ਪ੍ਰਜਨਨ ਕਰਦੇ ਨੇ, ਵੱਖ-ਵੱਖ ਉਹਨਾਂ ਦੀ ਕਿਰਿਆਵਾਂ ਵਾਪਰਦੀਆਂ ਨੇ ਅਤੇ ਇਸ ਲਈ ਉਹਨਾਂ ਨੂੰ ਵੀ ਪੋਸ਼ਣ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਵੀ ਭੋਜਨ ਦੀ ਲੋੜ ਪੈਂਦੀ ਹੈ। ਤਾਂ ਇਸੇ ਤਰ੍ਹਾਂ ਪੌਦਿਆਂ ਦੇ ਵਿੱਚ ਹਰੇ ਪੌਦੇ ਨੇ ਜਿਹੜੇ, ਉਹਨਾਂ ਨੂੰ ਆਪਾਂ ਸਵੈ ਪੋਸ਼ੀ ਕਹਿੰਦੇ ਆ, ਜਾਣੀ ਕਿ ਪੋਸ਼ਣ ਦੀਆਂ ਦੋ ਕਿਸਮਾਂ ਨੇ। ਮੈਂ ਉਹ ਦੱਸਦਾ ਜਾਵਾਂ। ਇੱਕ ਤਾਂ ਸਵੈ ਪੋਸ਼ਣ, ਇੱਕ ਹੈ ਪਰ ਪੋਸ਼ਣ। ਸਵੈ ਦਾ ਮਤਲਬ ਆਪ। ਜਿਹੜੀਆਂ ਸਜੀਵ ਵਸਤੂਆਂ ਆਪਣੇ ਪੋਸ਼ਣ ਲਈ, ਆਪਣੇ ਭੋਜਨ ਲਈ ਆਪਣੇ ਆਪ ਉੱਤੇ ਨਿਰਭਰ ਕਰਦੀਆਂ ਨੇ, ਜਿਵੇਂ ਕਿ ਹਰੇ ਪੌਦੇ। ਜਿਹੜੇ ਪੌਦੇ ਨੇ ਉਹ ਸਾਰੇ ਹੀ ਸਵੈਪੋਸ਼ੀ ਨੇ, ਹਰੇ ਪੌਦੇ ਸਾਰੇ ਸਵੈਪੋਸ਼ੀ ਨੇ, ਕੁਝ ਪੌਦਿਆਂ ਨੂੰ ਛੱਡ ਕੇ। ਤਾਂ ਇਹਨਾਂ ਨੂੰ ਅਸੀਂ ਸਵੈਪੋਸ਼ੀ ਸਜੀਵ ਵਸਤੂਆਂ ਕਹਿੰਦੇ ਹਾਂ, ਕਿਉਂਕਿ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ। ਤਾਂ ਸਵੈ ਪੋਸ਼ਣ ਦਾ ਭਾਵ, ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ, ਕਿ ਆਪਣਾ ਭੋਜਨ ਆਪ ਤਿਆਰ ਕਰਨਾ। ਤਾਂ ਪੌਦਿਆਂ ਨੂੰ ਅਸੀਂ ਇਸੇ ਕਰਕੇ ਹੀ ਸਵੈ ਪੋਸ਼ੀ ਜੀਵ ਕਹਿੰਦੇ ਆ, ਸਵੈ ਪੋਸ਼ੀ ਸਜੀਵ ਵਸਤੂਆਂ ਕਹਿੰਦੇ ਆ। ਤਾਂ ਹਰੇ ਪੌਦਿਆਂ ਵਿੱਚ ਇਹ ਭੋਜਨ ਤਿਆਰ ਕਰਨ ਦਾ ਜਿਹੜਾ ਸਾਰੀ ਪ੍ਰਕਿਰਿਆ ਹੈ ਉਹ ਕਿਵੇਂ ਚੱਲਦੀ ਹੈ, ਜਿਵੇਂ ਕਿ ਆਪਾਂ ਪਿਛਲੀ ਕਲਾਸ ਵਿੱਚ ਪੜ੍ਹ ਕੇ ਆਏ ਹਾਂ ਕਿ ਸਜੀਵ ਵਸਤੂਆਂ ਨੂੰ ਭੋਜਨ ਦੀ ਲੋੜ ਹੈ। ਪੌਦੇ ਦੇ ਹੁਣ ਵੱਖ-ਵੱਖ ਭਾਗ ਨੇ, ਤਾਂ ਮੈਂ ਦੱਸਾਂ ਕਿ ਪੌਦੇ ਵਿੱਚ ਜਿਹੜਾ ਭੋਜਨ ਸੰਸਲੇਸ਼ਨ ਦਾ ਕੰਮ ਹੈ, ਭੋਜਨ ਤਿਆਰ ਕਰਨ ਦਾ ਕੰਮ ਹੈ, ਉਹ ਇਸ ਦੇ ਪੌਦੇ ਦਾ ਜਿਹੜਾ ਇੱਕ ਭਾਗ ਹੈ ਉਹ ਪੱਤਿਆਂ ਵਿੱਚ ਇਸ ਦੇ ਭੋਜਨ ਦੇ ਸੰਸਲੇਸ਼ਨ ਦਾ ਕੰਮ ਹੁੰਦਾ ਹੈ। ਜਿਹੜੀ ਕਿਰਿਆ ਨੂੰ ਅਸੀਂ ਪ੍ਰਕਾਸ਼ ਸੰਸਲੇਸ਼ਨ ਕਹਿੰਦੇ ਆ। ਪ੍ਰਕਾਸ਼ ਸੰਸਲੇਸ਼ਨ ਇਸ ਕਰਕੇ ਕਹਿੰਦੇ ਆ ਕਿਉਂਕਿ ਇਹਦੇ ਭੋਜਨ ਦੇ ਸੰਸਲੇਸ਼ਨ ਦਾ ਕੰਮ ਪ੍ਰਕਾਸ਼, ਜਾਣੀ ਕਿ ਸੂਰਜ ਦੇ ਪ੍ਰਕਾਸ਼ ਵਿੱਚ ਹੁੰਦਾ ਹੈ। ਤਾਂ ਪ੍ਰਕਾਸ਼ ਸੰਸਲੇਸ਼ਨ ਕਿਰਿਆ ਨੂੰ ਆਪਾਂ ਕਿਵੇਂ ਪਰਿਭਾਸ਼ਿਤ ਕਰੀਏ ਕਿ ਹਰੇ ਪੌਦੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ, ਹੁਣ ਪਾਣੀ ਉਹ ਪੌਦੇ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਧਰਤੀ ਵਿੱਚੋਂ ਚੂਸਦੀਆਂ ਨੇ। ਤਾਂ ਇਸ ਦੇ ਜਿਹੜਾ ਪਾਣੀ ਹੈ ਪੱਤਿਆਂ ਤੱਕ ਉਹ ਪਹੁੰਚਦਾ ਹੈ। ਤਾਂ ਪੱਤਿਆਂ ਦੇ ਵਿੱਚ ਪਾਣੀ ਅਤੇ ਜਿਹੜਾ ਕਾਰਬਨ ਡਾਈਆਕਸਾਈਡ ਗੈਸ ਹੈ ਉਹ ਪੱਤਿਆਂ ਦੇ ਹੇਠਲੇ ਸਤ੍ਹਾ ਦੇ ਉੱਤੇ ਬਹੁਤ ਛੋਟੇ-ਛੋਟੇ ਛੇਕ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਸਟੋਮੈਟਾ ਕਹਿੰਦੇ ਆ। ਤਾਂ ਉਹ ਸਟੋਮੈਟਾ ਵਿੱਚੋਂ, ਉਹਨਾਂ ਛੇਕਾਂ ਵਿੱਚੋਂ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਤਾਂ ਕਾਰਬਨ ਡਾਈਆਕਸਾਈਡ ਇਹਨਾਂ ਪੱਤਿਆਂ ਵਿੱਚ ਉਸ ਸਟੋਮੈਟਾ ਰਾਹੀਂ, ਉਹਨਾਂ ਛੇਕਾਂ ਰਾਹੀਂ ਦਾਖਲ ਹੁੰਦੀ ਹੈ। ਪਾਣੀ ਇਸ ਪੱਤਿਆਂ ਤੱਕ ਜਿਹੜਾ ਜੜ੍ਹਾਂ ਨੇ ਅੱਗੇ ਤਣੇ ਦੇ ਰਾਹੀਂ ਪਹੁੰਚਾਇਆ, ਅਤੇ ਸੂਰਜ ਦੀ ਰੌਸ਼ਨੀ ਜਦੋਂ ਇਹਨਾਂ ਉੱਤੇ ਪੈਂਦੀ ਹੈ ਤਾਂ ਇਹ ਪੱਤੇ ਦੇ ਵਿੱਚ ਜਿਹੜਾ ਹਰੇ ਰੰਗ ਦਾ ਵਰਣਕ ਰੰਗ ਹੈ, ਜਿਹੜਾ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ, ਤਾਂ ਕਲੋਰੋਫਿਲ ਦੀ ਮੌਜੂਦਗੀ ਵਿੱਚ ਇਹ ਪੱਤੇ ਆਪਣਾ ਭੋਜਨ ਤਿਆਰ ਕਰ ਲੈਂਦੇ ਨੇ। ਤਾਂ ਇਹ ਪੱਤਿਆਂ ਵਿੱਚ ਜਿਹੜਾ ਭੋਜਨ ਇਹਨਾਂ ਦਾ ਤਿਆਰ ਹੋਇਆ ਉਸ ਨੂੰ ਅਸੀਂ ਗਲੂਕੋਜ਼ ਦੇ ਰੂਪ ਵਿੱਚ ਇਸ ਪੱਤਿਆਂ ਦੇ ਵਿੱਚ ਤਿਆਰ ਹੋਇਆ। ਪਰ ਉਹ ਗਲੂਕੋਜ਼ ਨੂੰ ਉਹ ਸਟੋਰ, ਉਹ ਜਿਹੜਾ ਸਟਾਰਚ ਦੇ ਰੂਪ ਵਿੱਚ ਕਰਦੇ ਨੇ, ਕਿਉਂਕਿ ਪੱਤਿਆਂ ਦਾ ਕੰਮ ਸਿਰਫ ਭੋਜਨ ਤਿਆਰ ਕਰਨਾ ਹੈ। ਉਹ ਭੋਜਨ ਪੌਦੇ ਦੇ ਵਿੱਚ ਸਟੋਰ ਕਿੱਥੇ ਹੁੰਦਾ, ਕਿਸੇ ਦੇ ਪੱਤਿਆਂ ਵਿੱਚ ਹੀ ਸਟੋਰ ਹੁੰਦਾ ਹੈ, ਕਿਸੇ ਦੀਆਂ ਜੜ੍ਹਾਂ ਵਿੱਚ ਸਟੋਰ ਹੁੰਦਾ ਹੈ, ਕਿਸੇ ਦੇ ਤਣੇ ਵਿੱਚ ਸਟੋਰ ਹੁੰਦਾ ਹੈ, ਕਿਸੇ ਦੇ ਫੁੱਲ ਫਲ ਵਿੱਚ ਸਟੋਰ ਹੁੰਦਾ। ਤਾਂ ਉਹ ਭੋਜਨ ਜਿਹੜਾ ਪੱਤੇ ਅੰਦਰ ਤਿਆਰ ਹੋਇਆ ਉਹ ਸਟਾਰਚ ਕੀ ਹੈ, ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟਸ ਹੈ। ਉਹਦੇ ਰੂਪ ਵਿੱਚ ਉਹ ਪੱਤੇ ਦੇ ਵਿੱਚ ਬਣਿਆ ਹੋਇਆ ਭੋਜਨ ਪੌਦੇ ਦੇ ਅੰਦਰ ਸਟਾਰਚ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦਾ ਹੈ। ਇਸੇ ਕਰਕੇ ਹੀ ਪੌਦੇ ਦੇ ਪੱਤੇ ਨੂੰ ਅਸੀਂ ਫੂਡ ਫੈਕਟਰੀ ਕਹਿੰਦੇ ਆ। ਫੈਕਟਰੀ ਜਿੱਥੇ ਕੋਈ ਚੀਜ਼ ਬਣਦੀ ਹੈ, ਇੱਥੇ ਕੀ ਬਣਦਾ ਹੈ, ਪੌਦੇ ਦਾ ਭੋਜਨ। ਤਾਂ ਸੋ ਦ ਲੀਫ ਇਜ਼ ਕਾਲਡ ਦ ਫੂਡ ਫੈਕਟਰੀ ਆਫ ਦ ਪਲਾਂਟ।
ਦੂਜੀ ਗੱਲ ਸੋਚਣ ਵਿੱਚ ਆਉਂਦੀ ਹੈ ਕਿ ਪੌਦਿਆਂ ਦੇ ਵਿੱਚ, ਹਰੇ ਪੌਦਿਆਂ ਦੇ ਵਿੱਚ ਕੇਵਲ ਸਟਾਰਚ ਦਾ ਹੀ ਸੰਸਲੇਸ਼ਨ ਹੁੰਦਾ ਹੈ? ਨਹੀਂ, ਪੌਦਿਆਂ ਦੇ ਵਿੱਚ ਕੁਝ ਪੌਦੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਫਲੀਦਾਰ ਪੌਦੇ ਜਿਨ੍ਹਾਂ ਨੂੰ ਵੀ ਫਲੀਆਂ ਲੱਗਦੀਆਂ ਨੇ, ਜਿਹਦੇ ਵਿੱਚ ਮਟਰ, ਛੋਲੇ, ਰਵਾਂ ਜਾਂ ਮਤਲਬ ਕਿ ਜੰਤਰ, ਇਹਨਾਂ ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਗੰਢਾਂ ਹੁੰਦੀਆਂ ਨੇ ਔਰ ਉਹਨਾਂ ਗੰਢਾਂ ਦੇ ਵਿੱਚ ਇੱਕ ਜੀਵਾਣੂ ਬੈਕਟੀਰੀਆ ਹੁੰਦਾ ਜਿਸ ਨੂੰ ਅਸੀਂ ਰਾਈਜ਼ੋਬੀਅਮ ਕਹਿੰਦੇ ਆ। ਤਾਂ ਉਹ ਰਾਈਜ਼ੋਬੀਅਮ ਬੈਕਟੀਰੀਆ ਹਵਾ ਦੇ ਵਿੱਚੋਂ ਨਾਈਟ੍ਰੋਜਨ ਗੈਸ ਨੂੰ, ਕਿਉਂਕਿ ਨਾਈਟ੍ਰੋਜਨ ਗੈਸ ਹਵਾ ਵਿੱਚ ਬੜੀ ਬਹੁਤਾਤ ਵਿੱਚ ਹੈ, 78% ਮਾਤਰਾ ਇਸ ਦੀ, ਤਾਂ ਉਸ ਨਾਈਟ੍ਰੋਜਨ ਗੈਸ ਨੂੰ ਉਹ ਪੌਦੇ ਜਿਹੜੀ ਸਿਰਫ ਫਲੀਦਾਰ ਪੌਦਿਆਂ ਦੀ ਗੱਲ ਕਰੂੰਗਾ, ਉਹ ਇਸ ਨੂੰ ਆਪਣੇ ਅੰਦਰ ਨਾਈਟ੍ਰੋਜਨ ਦੇ ਯੋਗਕਾਂ ਦੇ ਰੂਪ ਵਿੱਚ ਇਕੱਠਾ ਕਰ ਲੈਂਦੇ ਨੇ ਅਤੇ ਉਸ ਦਾ ਯਾਨੀ ਕਿ ਯੋਗਕਾਂ ਦੇ ਵਿੱਚ ਉਸ ਨੂੰ ਸੰਸਲੇਸ਼ਨ ਕਰ ਲੈਂਦੇ ਨੇ ਔਰ ਉਹ ਪੌਦੇ ਜਿਹੜੀ ਹਵਾ ਵਿਚਲੀ ਨਾਈਟ੍ਰੋਜਨ ਜਿਹੜੀ ਕਿ ਸਿੱਧੀ ਉਹਨਾਂ ਪੌਦਿਆਂ ਦੇ ਕੰਮ ਦੀ ਨਹੀਂ, ਉਸ ਨੂੰ ਉਹਨਾਂ ਨੇ ਆਪਣੇ ਅੰਦਰ ਨਾਈਟ੍ਰੇਟਸ ਦੇ ਰੂਪ ਵਿੱਚ ਜਮ੍ਹਾਂ ਕਰ ਲਿਆ ਅਤੇ ਜ਼ਮੀਨ ਦੀ ਗੁਣਵੱਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਨੇ। ਔਰ ਇਹ ਪੌਦੇ ਜਿਨ੍ਹਾਂ ਦਾ ਮੈਂ ਤੁਹਾਨੂੰ ਨਾਂ ਲਿਆ, ਹਰੀ ਖਾਦ ਦੇ ਤੌਰ 'ਤੇ ਹੀ ਵਰਤੇ ਜਾਂਦੇ ਨੇ, ਕਿਉਂਕਿ ਇਹ ਪੌਦਿਆਂ ਨੂੰ ਜਦੋਂ ਆਪਾਂ ਖੇਤ ਦੇ ਵਿੱਚ ਵਾਹ ਦਿੰਦੇ ਹਾਂ ਤਾਂ ਉਹਨਾਂ ਦੇ ਅੰਦਰ ਜਿਹੜੀ ਸੰਸਲਿਸ਼ਟ ਹੋਏ ਨਾਈਟ੍ਰੋਜਨ ਦੇ ਯੋਗਕ ਸੀ ਉਹ ਅਗਲੀ ਫਸਲ ਲਈ ਇੱਕ ਨਾਈਟ੍ਰੋਜਨ ਪੋਸ਼ਕ ਤੱਤ ਦੀ ਪੂਰਤੀ ਬੜੀ ਵਧੀਆ ਢੰਗ ਨਾਲ ਕਰਦੇ ਨੇ। ਤਾਂ ਇਹ ਪੌਦਿਆਂ ਨੂੰ ਅਸੀਂ ਹਰੀ ਖਾਦ ਦੇ ਤੌਰ ਦੇ ਉੱਤੇ ਵੀ ਵਰਤਦੇ ਹਾਂ। ਤਾਂ ਗੱਲ ਕਰ ਰਹੇ ਸੀ ਪੌਦਿਆਂ ਦੇ ਪੋਸ਼ਣ ਦੀ, ਤਾਂ ਪੌਦਿਆਂ ਦੇ ਪੋਸ਼ਣ ਦੇ ਵਿੱਚੋਂ ਜਿਹੜੀ ਦੂਸਰੀ ਵੰਨਗੀ, ਜਿਵੇਂ ਉਹਦੇ ਵਿੱਚ ਆਪਾਂ ਮ੍ਰਿਤ ਆਹਾਰੀ ਪੌਦਿਆਂ ਦੀ ਗੱਲ ਕਰਾਂਗੇ। ਕੁਝ ਪੌਦੇ ਇਹੋ ਜਿਹੇ ਨੇ ਬੱਚਿਓ ਜਿਹੜੇ ਕਿ ਮਰੇ ਹੋਏ ਚੀਜ਼ਾਂ, ਮਰੇ ਹੋਏ ਜਾਣੀ ਕਿ ਡੈੱਡ ਮੈਟਰ ਜਿਹਨੂੰ ਆਪਾਂ ਕਹਿੰਦੇ ਹਾਂ, ਡੈੱਡ ਮੈਟਰ ਚਾਹੇ ਜੀਵ ਦੇ ਰੂਪ ਵਿੱਚ ਹੈ ਚਾਹੇ ਉਹ ਪੌਦਿਆਂ ਦੀ ਵੇਸਟ ਦੇ ਰੂਪ ਵਿੱਚ ਹੈ, ਉਹਦੇ ਤੋਂ ਆਪਣਾ ਭੋਜਨ ਲੈਂਦੇ ਨੇ। ਜਿਵੇਂ ਕਿ ਸਾਰੀਆਂ ਜਿਹੜੀਆਂ ਉੱਲੀਆਂ ਨੇ ਇਹਨਾਂ ਨੂੰ ਅਸੀਂ ਮ੍ਰਿਤ ਆਹਾਰੀ ਪੌਦੇ ਕਹਿੰਦੇ ਆ। ਤਾਂ ਇਹ ਜਿਹੜੇ ਪੌਦੇ ਨੇ ਉਸ ਦੇ ਜਦੋਂ ਅਪਘਟਨ ਹੁੰਦਾ ਹੈ ਗਲੇ ਸੜੇ ਪਦਾਰਥਾਂ ਦਾ, ਤਾਂ ਉਸ ਤੋਂ ਆਪਣਾ ਇਹ ਭੋਜਨ ਲੈਂਦੇ ਨੇ। ਤਾਂ ਦੂਸਰੀ ਵੰਨਗੀ ਜਿਨ੍ਹਾਂ ਨੂੰ ਅਸੀਂ ਪਰਜੀਵੀ, ਕੁਝ ਪੌਦੇ ਪਰਜੀਵੀ ਵੀ ਨੇ। ਪਰਜੀਵੀ ਤੋਂ ਭਾਵ ਇਹ ਹੈ ਕਿ ਜਿਹੜੇ ਕਿਸੇ ਦੂਸਰੇ ਮੇਜ਼ਬਾਨ ਉੱਤੇ ਪਲਦੇ ਨੇ। ਮੇਜ਼ਬਾਨ ਦਾ ਮਤਲਬ ਜਿਹੜੇ ਪੌਦੇ ਤੋਂ ਉਹ ਪੌਦੇ ਆਪਣਾ ਭੋਜਨ ਲੈਣਗੇ ਉਹ ਉਹਨਾਂ ਦਾ ਮੇਜ਼ਬਾਨ ਹੈ। ਅਤੇ ਉਹ ਇਹ ਮਹਿਮਾਨ ਵੇਖੋ ਕਿਸ ਤਰ੍ਹਾਂ ਦੇ ਬੜੇ ਖਾਸ ਮਹਿਮਾਨ ਨੇ, ਆਪਣੇ ਮੇਜ਼ਬਾਨ ਨੂੰ ਹੀ ਖ਼ਤਮ ਕਰ ਦਿੰਦੇ ਨੇ। ਤੁਸੀਂ ਇੱਕ ਪੌਦਾ ਵੇਖਿਆ ਹੋਏਗਾ, ਬਹੁਤ ਕਿਸੇ ਵੱਡੇ ਰੁੱਖ ਉੱਤੇ ਪੀਲੇ ਰੰਗ ਦਾ ਇੱਕ ਜਾਲ ਜਿਹਾ ਪਿਆ ਹੋਇਆ ਵੇਖਿਆ ਹੋਏਗਾ, ਜਿਹਦਾ ਨਾਂ ਅਸਲ ਵਿੱਚ ਅਮਰਵੇਲ ਹੈ। ਬਹੁਤ ਸਾਰੇ ਲੋਕ ਉਹਨੂੰ ਅੰਬਰਵੇਲ ਵੀ ਕਹਿ ਦਿੰਦੇ ਨੇ, ਪਰ ਉਹ ਅਮਰਵੇਲ ਹੈ। ਅਮਰ ਮਤਲਬ ਜੋ ਮਰੇ ਨਾ। ਉਹ ਪੌਦਾ ਐਡਾ ਨਾਮੁਰਾਦ ਹੈ ਕਿ ਜਿਹੜੇ ਵੀ ਆਪਣੇ ਮੇਜ਼ਬਾਨ ਉੱਤੇ ਚਲਾ ਗਿਆ, ਉਸ ਦਾ ਬਣਿਆ ਬਣਾਇਆ ਭੋਜਨ ਉਹਦੇ ਪੱਤਿਆਂ ਵਿੱਚੋਂ ਚੂਸਦਾ ਰਹਿੰਦਾ ਹੈ। ਹੌਲੀ 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 ਜਿਹੜਾ ਉਸ ਦਾ ਮੇਜ਼ਬਾਨ ਹੈ ਉਹ ਪੌਦਾ ਸੁੱਕ ਜਾਂਦਾ ਹੈ ਅਤੇ ਉਹ ਜਿਹੜੇ ਪਰਜੀਵੀ ਪੌਦਾ ਹੈ ਉਸ ਨੂੰ ਸੁਕਾ ਕੇ ਹੀ ਦਮ ਲੈਂਦਾ ਹੈ। ਤਾਂ ਅਜਿਹੇ ਪੌਦਿਆਂ ਨੂੰ ਅਸੀਂ ਪਰਜੀਵੀ ਪੌਦੇ ਕਹਿੰਦੇ ਹਾਂ, ਕਿਉਂਕਿ ਉਹ ਆਪਣਾ ਭੋਜਨ ਹੀ ਦੂਸਰੇ ਕਿਸੇ ਪੌਦੇ ਤੋਂ ਲੈਂਦੇ ਨੇ। ਤਾਂ ਇਸ ਤਰ੍ਹਾਂ ਆਪਾਂ ਇਸ ਪਾਠ ਦੇ ਵਿੱਚ ਜੋ ਅੱਜ ਸਿੱਖਿਆ, ਪੌਦਿਆਂ ਦੇ ਵਿੱਚ ਵੱਖ ਵੱਖ ਤਰ੍ਹਾਂ ਦਾ ਪੋਸ਼ਣ, ਕਿ ਪੋਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ, ਜਿਹੜੇ ਪੌਦੇ ਨੇ ਉਹ ਕਿਸ ਤਰ੍ਹਾਂ ਆਪਣੇ ਭੋਜਨ ਦੀ ਸੰਸਲੇਸ਼ਨ ਕਿਵੇਂ ਕਰਦੇ ਨੇ, ਉਹਨਾਂ ਦੇ ਅੰਦਰ ਭੋਜਨ ਇਹ ਕਿਸ ਤਰ੍ਹਾਂ ਜਮ੍ਹਾਂ ਹੁੰਦਾ ਹੈ, ਕਾਰਬੋਹਾਈਡਰੇਟਸ ਦੇ ਸਟਾਰਚ ਦੇ ਰੂਪ ਵਿੱਚ ਜਮ੍ਹਾਂ ਹੁੰਦਾ ਹੈ, ਜਾਂ ਫਿਰ ਉਹ ਕੀ ਸਟਾਰਚ ਤੋਂ ਇਲਾਵਾ ਕਿਸੇ ਹੋਰ ਵੀ ਚੀਜ਼ ਦਾ ਸੰਸਲੇਸ਼ਨ ਕਰਦੇ ਨੇ। ਤਾਂ ਜਿਵੇਂ ਆਪਾਂ ਸਾਂਝਾ ਕੀਤਾ ਕਿ ਉਹ ਹਵਾ ਵਿਚਲੀ ਨਾਈਟ੍ਰੋਜਨ ਗੈਸ ਨੂੰ, ਜਿਹੜੀ ਇਹ ਲੈਗਿਊਮ ਪਲਾਂਟਸ ਨੇ, ਫਲੀਦਾਰ ਪੌਦੇ ਨੇ, ਉਹ ਨਾਈਟ੍ਰੋਜਨ ਦੇ ਯੋਗਾਂ ਦੇ ਰੂਪ ਵਿੱਚ ਜਮ੍ਹਾਂ ਕਰਦੇ ਨੇ। ਤਾਂ ਇਸ ਤਰ੍ਹਾਂ ਇਸ ਪਾਠ ਦੇ ਪਿੱਛੇ ਆਉਣ ਵਾਲੇ ਪ੍ਰਮੁੱਖ ਸ਼ਬਦ, ਜਿਹਦੇ ਵਿੱਚ ਇਹ ਸਾਰੇ ਨੋਟ ਜਿਹੜੇ ਮੈਂ ਤੁਹਾਨੂੰ ਕਰਵਾਏ ਨੇ, ਇਸ ਨੂੰ ਤੁਸੀਂ ਇਹਦੇ ਨੋਟਸ ਬਣਾ ਲੈਣੇ ਨੇ ਅਤੇ ਪਿਛਲੀ ਜਿਹੜੀ ਪਾਠ ਦੀ ਐਕਸਰਸਾਈਜ਼ ਹੈ ਉਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਹੈ। ਛੇਤੀ ਹੀ ਆਪਾਂ ਕਿਸੇ ਦੂਸਰੇ ਪਾਠ ਦੇ ਨਵੇਂ ਕੰਟੈਂਟ ਦੇ ਨਾਲ ਮਿਲਾਂਗੇ। ਧੰਨਵਾਦ।